Jai Hind and welcome to Punjab Success Mantra. In today's session, we are going to discuss a mains current affair issue from the economy section, जो आपके पीसीएस के लिए बहुत इंपॉर्टेंट है। अभी रिसेंटली आपने देखा होगा कि आईएमएफ ने, इंटरनेशनल मॉनेटरी फंड ने अपनी 2022 अक्टूबर महीने की वर्ल्ड इकोनॉमिक आउटलुक रिपोर्ट जो है वो रिलीज की है। टाइटल क्या रखा गया है रिपोर्ट का? काउंटरिंग कॉस्ट ऑफ लिविंग क्राइसिस। तो ये क्यों ऐसा आईएमएफ जो है वो बोल रहा है अपनी वर्ल्ड इकोनॉमिक आउटलुक रिपोर्ट में, उसके बारे में जानेंगे। साथ में ये देखेंगे कि वर्ल्ड इकोनॉमी के रिगार्डिंग क्या बातें करी गई हैं, इंडियन इकोनॉमी के रिगार्डिंग जो है आईएमएफ ने यहाँ पे क्या बात करी है। सो लेट्स प्रोसीड। हिंदू ਤੁਸੀਂ ਦੇਖਿਆ ਹੋਏਗਾ, ਇਹ ਹਿੰਦੂ ਨੇ ਕਵਰ ਕੀਤਾ ਹੈ, ਐਕਸਪ੍ਰੈਸ ਨੇ ਵੀ ਕਵਰ ਕੀਤਾ ਹੈ, ਮਿੰਟ ਨੇ, all the leading newspapers have covered this. You know, this is a very big report which is very important from your examination perspective as well. All right, so ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਵੀਕਲੀ ਸ਼ਡਿਊਲ ਤੁਸੀਂ ਦੇਖ ਸਕਦੇ ਹੋ ਪੰਜਾਬ ਸਕਸੈਸ ਮੰਤਰ ਦਾ। ਆਈ ਹੋਪ ਤੁਸੀਂ ਚੈਨਲ ਫੋਲੋ ਕਰ ਰਹੇ ਹੋ। ਜੇ ਸਬਸਕ੍ਰਾਈਬ ਨਹੀਂ ਕੀਤਾ, ਤੁਸੀਂ ਨਵੇਂ ਹੋ, ਸਬਸਕ੍ਰਾਈਬ ਪਹਿਲੀ ਵਾਰੀ ਦੇਖ ਰਹੇ ਹੋ ਤੇ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ ਦ ਵੀਡੀਓ। ਠੀਕ ਹੈ ਜੀ, ਸਟਾਰਟ ਕਰਦੇ ਹਾਂ। ਦੇਖੋ ਹੁਣ ਇਸ਼ੂ ਕੀ ਹੈ ਨਿਊਜ਼, ਜਿੱਦਾਂ ਮੈਂ ਦੱਸਿਆ ਕਿ ਵਰਲਡ ਇਕਨੋਮਿਕ ਆਊਟਲੁੱਕ ਜਿਹੜੀ ਰਿਪੋਰਟ ਹੈ, जो टाइटल की रखे है काउंटरिंग द कॉस्ट ऑफ लिविंग। कॉस्ट ऑफ लिविंग क्यों? क्योंकि ਅਸੀਂ देख रहे हैं हर पासे दुनिया च, भावें इंडिया की गल होवे भावें किसी होर कंट्री की गल होवे, प्राइसेस ਜਿਹੜੇ ਨੇ जनरल प्राइसेस आर इंक्रीजिंग। इन्फ्लेशन ਜਿਹੜੀ है that has become or that has been a headache for quite some time now for the central banks across the world। ਇਹਦੇ ਬਾਰੇ ਗੱਲ ਕਰਾਂਗੇ ਕਿ ਕਿਉਂ ਇਨਫਲੇਸ਼ਨ ਹੋ ਰਹੀ ਹੈ, ਬਟ ਇਹਦੇ ਨਾਲ ਕੀ ਆਈਐਮਐਫ ਕਹਿ ਰਿਹਾ ਹੈ ਕਿ ਬਈ ਜਿਹੜੇ ਯੂਕਰੇਨ ਦਾ ਰਸ਼ੀਆ ਦਾ ਕਨਫਲਿਕਟ ਚੱਲ ਰਿਹਾ ਹੈ, ਇਨਫਲੇਸ਼ਨ ਵਧਦੀ ਹੋਈ ਹੈ ਐਂਡ ਪੈਂਡੇਮਿਕ ਦੇ ਜਿਹੜੇ ਬਾਕੀ ਬਚੇ ਹੋਏ ਇਫੈਕਟਸ ਨੇ, ਦਿਸ ਹੈਜ਼ ਬੀਨ ਦ ਰੀਜ਼ਨ ਕਿ ਇਹ ਸਾਰਾ ਕੁਝ ਜਿਹੜਾ ਅਸੀਂ ਇਸ ਰਿਪੋਰਟ ਵਿੱਚ ਗੱਲਾਂ ਕੀਤੀਆਂ ਨੇ ਤੇ ਕਿਉਂ ਕੀਤੀਆਂ ਨੇ। ਤੇ ਬਾਕੀ ਇਹਨਾਂ ਇਨਫਲੇਸ਼ਨ ਜਿਹੜਾ ਹੈ ਅੱਗੇ ਹੋਰ ਵਧੇਗੀ। ਇੱਕ ਵਾਰੀ ਇਹਦੀ ਵੀ ਗੱਲ ਕੀਤੀ ਹੈ, ਬਿਫੋਰ ਫਾਲਿੰਗ ਟੂ ਦੀ ਟੋਲਰੈਂਸ ਬੈਂਡ, ਜਾਂ ਫਿਰ ਕਹ ਲਓ 2 ਤੋਂ 6% ਦੇ ਵਿੱਚ ਕੰਟੇਨ ਅਸੀਂ ਕਰ ਲਈਏ ਉਸ ਤੋਂ ਪਹਿਲਾਂ। ऑलराइट, सो मेजर फाइंडिंग्स एक बार देखने पहला देखिए ग्लोबली या फिर वर्ल्ड लेवल पे आईएमएफ की कह रहा है कि किस तरीके नाल वर्ल्ड इकोनॉमी ਜਿਹੜੀਆਂ ਨੇ परफॉर्म ਕਰਨਗੀਆਂ। ਤੇ ਪਹਿਲੀ ਐਕਟੀਵਿਟੀ ਦੇਖੋ ਜਿਹੜੀ ਗਲੋਬਲ ਇਕਨੋਮਿਕ ਐਕਟੀਵਿਟੀ ਦੀ ਗੱਲ ਕੀਤੀ ਹੈ, ਉਹਨੂੰ experiencing a broad based and sharper than expected slowdown। ਕਹਿਣ ਦਾ ਮਤਲਬ ਹੈ ਕਿ ਗਰੋਥ ਜਿਹੜੀ ਹੈ ਵਰਲਡ ਓਵਰ ਦੁਨੀਆ ਦੀ ਆਲਮੋਸਟ ਹਰ ਇੱਕ ਇਕਨੋਮੀ ਵਿੱਚ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਉਹ ਰਿਡਿਊਸ ਕਰ ਰਹੀ ਹੈ and it is expected sharper than expected slowdown। कहने का मतलब है कि जिन्ना पहला IMF एक्सपेक्ट कर रहा सी कि रिड्यूस होएगी ग्रोथ, उस तो ज्यादा आउटपेस करके उस तो ज्यादा स्पीड ते या कह लो उस तो ज्यादा ही ग्रोथ जिहड़ी है वो कॉन्ट्रैक्ट करन दी IMF इत्थे गल कर रहा है। राइट, दूजी चीज है कि ग्लोबल ग्रोथ जिहड़ी है वो किस तरीके नाल फोरकास्ट कीती है कि 2021 जिवें 6% सी, 2022 विच 3.2% एंड 2023 ਜਿਹੜਾ ਫਾਈਨੈਂਸ਼ੀਅਲ ਈਅਰ 2023 ਚ ਵੀ ਹੈ ਉਹਦੇ ਵਿੱਚ 2.7%। ਤੇ ਤੁਸੀਂ ਦੇਖ ਰਹੇ ਹੋ ਕਿ ਗਰੋਥ ਫੋਰਕਾਸਟ ਜਿਹੜਾ ਹੈ ਦੁਨੀਆ ਭਰ ਚ ਆਈਐਮਐਫ ਕਹਿ ਰਿਹਾ ਕਿ that is expected to reduce। ਰੀਜ਼ਨਸ ਅਸੀਂ ਦੇਖੇ ਆ ਕਿ ਕੀ ਇੱਕ ਤਾਂ ਜਿਹੜਾ ਆਲਮੋਸਟ ਯੂਕਰੇਨ ਰਸ਼ੀਆ ਕ੍ਰਾਈਸਿਸ ਦਾ ਸਪਿਲ ਓਵਰ ਇਫੈਕਟ ਹੈ। ਸਪਿਲ ਓਵਰ ਇਫੈਕਟ ਕਿਵੇਂ? ਦੇਖੋ ਰਸ਼ੀਆ ਯੂਕਰੇਨ ਜਿਹੜੇ ਆਪਸ ਇਸ ਵੇਲੇ ਕਹਿ ਰਹੇ ਦੇ ਹੈਵ ਲੌਕਡ ਹੌਰਨਸ, ਜਾਂ ਫਿਰ ਇਹਨਾਂ ਦਾ ਕ੍ਰਾਈਸਿਸ ਜਿਹੜਾ ਚੱਲ ਰਿਹਾ, ਜਿਹੜੇ ਇਹਨਾਂ ਦਾ ਆਨਗੋਇੰਗ ਵਾਰ ਹੈ, ਉਹਦੇ ਕਰਕੇ ਇੱਕ ਤਾਂ ਫਿਊਲ ਪ੍ਰਾਈਸਿਸ ਵਧੇ ਹੋਏ ਨੇ, ਗੈਸ ਦੇ ਪ੍ਰਾਈਸਿਸ ਵਧੇ ਹੋਏ ਨੇ। ਯੂਰਪ ਨੂੰ ਬਹੁਤ ਵੱਡਾ ਇੱਕ ਚੰਕ ਸਪਲਾਈ ਕੌਣ ਕਰਦਾ ਹੈ? ਰਸ਼ੀਆ ਕਰਦਾ ਹੈ। ਕਿਹਦਾ? ਗੈਸ ਦਾ। ਤੇ ਉਹ ਸਾਰੇ ਪ੍ਰਾਈਸਿਸ ਜਿਹੜੇ ਨੇ ਵੱਧ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਜਿਹੜੀ ਕਮੋਡਿਟੀਜ਼ ਨੇ, ਆਲ ਦੋਸ ਕਮੋਡਿਟੀਜ਼, ਇਦਾਂ ਦਾ ਜਿਹੜਾ ਵੀ ਸਮਾਨ ਹੈ ਜਿਹੜਾ ਕੌਣ ਐਕਸਪੋਰਟ ਕਰਦਾ ਹੈ? ਰਸ਼ੀਆ ਤੇ ਯੂਕਰੇਨ। ਜਿਵੇਂ ਕਿ ਫੋਰ ਐਗਜ਼ਾਮਪਲ ਵੀਟ ਦਾ ਇੱਕ ਜਿਹੜਾ ਹੈ ਵੱਡਾ ਚੰਕ ਐਕਸਪੋਰਟ ਕਰਦਾ ਹੈ ਦੁਨੀਆ ਨੂੰ ਰਸ਼ੀਆ ਤੇ ਯੂਕਰੇਨ। ਇਹਨਾਂ ਦੇ ਕ੍ਰਾਈਸਿਸ ਕਰਕੇ, ਇਹਨਾਂ ਦੇ ਕਨਫਲਿਕਟ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਦਾਮ ਜਿਹੜੇ ਨੇ ਉਹ ਵੱਧ ਗਏ ਨੇ। देयर प्राइसेस हैव गॉन हाई, दे हैव skyrocketed। क्यों? क्योंकि जिन्नी भी सप्लाई इथों हो रही सी, all that supply has halted, it has reduced। वो सप्लाई घट गई है ते we all know simple economics, प्राइसेस ਜਿਹੜੇ ਨੇ ਉਹ ਵੱਧ ਜਾਂਦੇ ਨੇ if the supply gets reduced and the demand on the other side is constant or it increases। कि डिमांड ਜਿਹੜੀ ਪ੍ਰੋਡਕਟਸ ਦੀ ਹੈ ਉਹ ਉਨੀ ਹੈ, ਮਾਰਕੀਟ ਵਿੱਚ ਵੱਧ ਗਈ ਹੈ, ਬਟ ਸਪਲਾਈ ਪਿੱਛੋਂ ਕੀ ਹੈ ਉਹ ਘਟ ਗਈ ਹੈ। ਰਾਈਟ, ਤੇ that is why it has caused increase in prices, ਜਿਹਨੂੰ ਕਿ ਅਸੀਂ ਕੀ ਕਹਿੰਦੇ ਆ? ਇਨਫਲੇਸ਼ਨ। ਤੇ ਇਹ ਇਨਫਲੇਸ਼ਨ ਜਿਹੜੀ ਹੈ it is not just limited to Russia and Ukraine। ਇਸ ਗੱਲ ਨੂੰ ਧਿਆਨ ਨਾਲ ਸੁਣੋ ਕਿ ਇਹ ਜਿਹੜੀ ਇਨਫਲੇਸ਼ਨ ਹੈ ਇਹ ਬਾਕੀ ਜਿਹੜੀ ਦੁਨੀਆ ਦੀ ਕੰਟਰੀਜ਼ ਨੇ ਉਹਨਾਂ ਤੇ ਵੀ ਇਫੈਕਟ ਪਾਏਗੀ, ਜਿਵੇਂ ਕਿ ਯੂਰਪ ਪਾਰਟਿਕੂਲਰਲੀ, ਜਿਵੇਂ ਕਿ ਬਾਕੀ ਵੀ ਇੱਕ ਡਿਵੈਲਪਿੰਗ ਇਕਨੋਮੀਜ਼ ਜਿਹੜੇ ਵੀ ਡਿਪੈਂਡੈਂਟ ਨੇ ਕਿਸੇ ਵੀ ਤਰੀਕੇ ਦੀ ਇੰਪੋਰਟ ਉਹ ਕਰਦੇ ਨੇ ਰਸ਼ੀਆ ਜਾਂ ਫਿਰ ਯੂਕਰੇਨ ਤੋਂ। ਰਾਈਟ, ਕਿਉਂ? ਕਿਉਂਕਿ ਰਸ਼ੀਆ ਯੂਕਰੇਨ ਕਨਫਲਿਕਟ ਚ ਹੈ ਤੇ ਇੱਥੋਂ ਜੋ ਵੀ ਕੋਈ ਇੰਪੋਰਟ ਕਰ ਰਿਹਾ ਉਹ ਹਰ ਚੀਜ਼ ਜਿਹੜੀ ਹੈ ਜਾਂ ਤੇ ਉਹਦੀ ਸਪਲਾਈ ਘਟ ਗਈ ਹੈ, ਉਹਦਾ ਦਾਮ ਜਿਹੜਾ ਹੈ ਵੱਧ ਗਿਆ।
ਤੇ ਦੂਜੇ ਪਾਸੋਂ ਦੇਖੋ ਕਿ ਜੇ ਤੇਲ ਦੇ ਗੈਸ ਦੇ ਇਹਨਾਂ ਚੀਜ਼ਾਂ ਦੇ ਦਾਮ ਵੱਧਦੇ ਨੇ ਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੇ ਤੁਹਾਡੇ ਟਰਾਂਸਪੋਰਟੇਸ਼ਨ ਹੈ, ਟਰਾਂਸਪੋਰਟੇਸ਼ਨ ਦੀ ਕਾਸਟ ਇਨਕਰੀਜ਼ ਹੋ ਜਾਂਦੀ ਹੈ। ਤੇ ਜੇ ਟਰਾਂਸਪੋਰਟੇਸ਼ਨ ਦੀ ਕਾਸਟ ਇਨਕਰੀਜ਼ ਹੁੰਦੀ ਹੈ, ਵਾਟ ਡਸ ਦੈਟ ਮੀਨ ਕਿ ਹਰ ਗੁੱਡਸ ਦਾ ਦਾਮ ਜਿਹੜਾ ਹੈ, ਹਰ ਕਮੋਡਿਟੀ ਦਾ ਦਾਮ ਜਿਹੜਾ ਹੈ ਉਹ ਵੱਧ ਜਾਏਗਾ। ਕਿਉਂ? ਕਿਉਂਕਿ ਟਰਾਂਸਪੋਰਟੇਸ਼ਨ ਮੇਜਰਲੀ ਅਸੀਂ ਕਿਹਦੇ ਥਰੂ ਕਰਦੇ ਹਾਂ, ਅਸੀਂ ਫਿਊਲ ਬੇਸਡ ਜਾਂ ਕਹ ਲੋ ਕਿ ਟਰੱਕਾਂ ਤੋਂ ਟਰਾਂਸਪੋਰਟੇਸ਼ਨ ਹੁੰਦੀ ਹੈ, ਮੈਕਸਿਮਮ ਰੋਡ ਟਰਾਂਸਪੋਰਟੇਸ਼ਨ ਹੁੰਦੀ ਹੈ, that requires fuel, and if the price cost of fuel goes up, that means that across the economy you can see price rise in the goods, in the commodities, so that also is one of the cause। ਤੇ ਤੀਜੀ ਗੱਲ ਜਿਹੜੀ ਕਹੀ ਹੈ IMF ਨੇ ਕਿ ਬਈ ਜਿਹੜੇ ਪੈਂਡੇਮਿਕ ਦੇ ਆਫਟਰ ਇਫੈਕਟਸ ਨੇ, ਸਟਰਕਚਰਲ ਇਸ਼ੂਜ਼ ਨੇ, ਉਹ ਹਾਲ ਤੱਕ ਵੀ ਜਿਹੜੇ ਨੇ completely subdue ਨਹੀਂ ਹੋਏ ਨੇ, completely they have not gone out and they are still lingering somewhere in some economies in the world। ਤੇ ਉਹ ਸਾਰੇ ਰੀਜ਼ਨ ਜਿਹੜੇ ਨੇ IMF ਨੇ ਇੱਥੇ ਫਲੈਗ ਕੀਤੇ ਨੇ ਵਰਲਡ ਇਕਨੋਮਿਕ ਆਊਟਲੁੱਕ ਚ, ਗਲੋਬਲ ਜਿਹੜਾ ਹੈ ਲੈਵਲ ਤੇ ਜਿਹੜੀ ਚੀਜ਼ਾਂ ਆਬਜ਼ਰਵ ਕੀਤੀਆਂ ਨੇ। ਤੇ ਇੱਥੇ ਦੇਖੋ ਹੁਣ ਇੰਡੀਆ ਦੀ ਜੇ ਗੱਲ ਕਰੀਏ ਤਾਂ ਚਾਰਟ ਸ਼ੋਜ਼ ਇੰਡੀਆਜ਼ ਇਕਨੋਮਿਕ ਗਰੋਥ ਫੋਰਕਾਸਟ। ਹੁਣ ਆ ਰਿਹਾ ਸੀ ਇੰਡੀਆ ਤੇ IMF ਨੇ 6.8%, RBI 7%, ਵਰਲਡ ਬੈਂਕ 6.5%। ਤੇ ਇੱਥੇ ਗੱਲ ਹੋ ਰਹੀ ਹੈ ਕਿ ਜਿਹੜੀ ਸਾਡੀ ਸੈਂਟਰਲ ਗਵਰਨਮੈਂਟ ਹੈ, ਜਿਹੜਾ ਸਾਡੀ ਗਵਰਨਮੈਂਟ ਹੈ ਜਾਂ ਕਹ ਲਓ ਗਵਰਨਮੈਂਟ ਆਫ ਇੰਡੀਆ ਹੈ, ਐਂਡ ਜਿਹੜਾ ਸਾਡਾ ਸੈਂਟਰਲ ਬੈਂਕ ਹੈ, that is quite hopeful, that is quite optimistic ਕਿ ਅਸੀਂ 7% ਦਾ ਮਾਰਕ ਜਿਹੜਾ ਹੈ ਉਹਨੂੰ ਟੱਚ ਕਰਾਂਗੇ ਇਸ ਪਾਰਟਿਕੂਲਰ ongoing ਫਾਈਨੈਂਸ਼ੀਅਲ ਈਅਰ ਵਿੱਚ। ਬਟ IMF ਤੇ ਵਰਲਡ ਬੈਂਕ ਦੋਏ ਕਹਿ ਰਹੇ ਨੇ ਕਿ ਨਹੀਂ, it is not going to be 7%, it is going to be below 7%। World Bank is even more cautious, it has said it is going to be 6.5, and IMF ਨੇ ਵੀ downward revise ਕੀਤਾ ਹੈ। downward ਮਤਲਬ ਪਹਿਲਾਂ IMF ਜ਼ਿਆਦਾ ਐਕਸਪੈਕਟ ਕਰ ਰਿਹਾ ਸੀ ਇੰਡੀਅਨ ਇਕਨੋਮੀ ਦੇ ਬਾਰੇ ਕਿ ਇੰਡੀਅਨ ਇਕਨੋਮੀ ਗਰੋ ਕਰੇਗੀ, ਬਟ ਉਹਨੂੰ ਹੁਣ ਰਿਡਿਊਸ ਕਰਿਆ IMF ਨੇ ਤੇ IMF ਕਹਿ ਰਿਹਾ it is going to be 6.8%, right? So the IMF's cut in growth forecast come after RBI and World Bank revised their forecast for financial year 2023। ਠੀਕ ਹੈ, ਹੁਣ ਗੱਲਾਂ ਕਰਾਂਗੇ ਮੇਜਰ ਫਾਈਂਡਿੰਗਸ ਕੀ ਨੇ। ਅਸੀਂ ਉਹ ਗ੍ਰਾਫ ਦੇ ਥਰੂ ਸਮਝ ਲਿਆ, ਇੱਕ ਵਾਰੀ ਆંકੜੇ ਦੇਖ ਲਏ ਸੀ। ਇਸ ਤੋਂ ਇਲਾਵਾ ਦੇਖੋ ਕਿ ਇੰਡੀਆ ਹੈਜ਼ ਬੀਨ ਡੂਇੰਗ ਫੇਅਰਲੀ ਵੈਲ ਇਨ 2022। ਇਹ ਵੀ IMF ਨੇ ਗੱਲ ਕਹੀ ਹੈ, ਕਿਉਂਕਿ ਦੇਖੋ ਜਿੰਨੀ ਵੀ ਮੇਜਰ ਇਮਰਜਿੰਗ ਇਕੋਨਮੀਜ਼ ਨੇ ਦੁਨੀਆ ਦੀ, ਜਿੰਨੀ ਵੀ ਮੇਜਰ ਡਿਵੈਲਪਿੰਗ ਇਕੋਨਮੀਜ਼ ਨੇ ਦੁਨੀਆ ਦੀ, ਉਹਨਾਂ ਚੋਂ ਇੰਡੀਆ ਇਜ਼ ਆਲਸੋ ਵਨ, ਐਂਡ IMF says that India is performing relatively well, or you can say compared to the other major emerging economies in the world। ਕਹਿਣ ਦਾ ਮਤਲਬ ਕੀ ਹੈ ਕਿ ਜਿੰਨੇ ਵੀ ਇਦਾਂ ਦੇ ਦੇਸ਼ ਨੇ ਜਿਹੜੇ ਵਿਕਸਿਤ ਨਹੀਂ ਨੇ ਹਲੇ, ਜਾਂ ਫਿਰ ਕਹਿ ਲਓ ਡਿਵੈਲਪਡ ਕੰਟਰੀਜ਼ ਦੀ ਕੈਟਾਗਰੀ ਚ ਨਹੀਂ ਆਉਂਦੇ, ਜਿਹੜੇ ਹਲੇ ਵੀ ਡਿਵੈਲਪਿੰਗ ਨੇ, ਇਮਰਜਿੰਗ ਇਕੋਨਮੀਜ਼ ਨੇ, ਜਿਨ੍ਹਾਂ ਵਿੱਚ ਇੰਡੀਆ ਵੀ ਕਾਊਂਟ ਕੀਤਾ ਜਾਂਦਾ ਹੈ, ਉਹਨਾਂ ਨਾਲ ਅਸੀਂ ਜੇ ਕੰਪੇਅਰ ਕਰੀਏ ਤੇ ਇੰਡੀਆ ਜਿਹੜਾ ਹੈ ਉਹ ਰਿਲੇਟਿਵਲੀ ਫਿਰ ਵੀ ਠੀਕ ਪਰਫਾਰਮ ਕਰ ਰਿਹਾ ਹੈ, ਰਾਈਟ? ਇਹ ਨਹੀਂ IMF ਕਹਿ ਰਿਹਾ ਕਿ ਸਾਰਾ ਕੁਝ ਜਿਹੜਾ ਹੈ ਬਹੁਤ ਵਧੀਆ ਚੱਲ ਰਿਹਾ ਹੈ, ਬਟ ਸਟਿਲ ਵੀ ਆਰ ਪਰਫਾਰਮਿੰਗ, ਵੀ ਆਰ ਡੂਇੰਗ ਰਿਲੇਟਿਵਲੀ ਵੈਲ ਕੰਪੇਅਰਡ ਟੂ ਦੀ ਆਲ ਅਦਰ ਮੇਜਰ ਇਮਰਜਿੰਗ ਇਕੋਨਮੀਜ਼, ਜਿਵੇਂ ਕਿ ਬ੍ਰਾਜ਼ੀਲ ਹੋ ਗਿਆ, ਜਿਵੇਂ ਕਿ ਰਸ਼ੀਆ ਹੋ ਗਿਆ, ਜਿਵੇਂ ਕਿ ਚਾਈਨਾ ਹੋ ਗਿਆ, ਰਾਈਟ? ਆਲ ਦੋਸ ਕੰਟਰੀਜ਼। So we have been doing fairly well, and we are expected to grow robustly in 2023 as well। ਕਿ 2023 ਚ ਵੀ ਸਾਡੀ ਠੀਕ ਠਾਕ ਗਰੋਥ ਜਿਹੜੀ ਹੈ ਉਹ ਐਕਸਪੈਕਟਡ ਹੈ। IMF ਕਹਿ ਰਿਹਾ ਕਿ 6.9% CPI ਇਨਫਲੇਸ਼ਨ ਜਿਹੜੀ ਹੈ ਉਹ ਰਹੇਗੀ this year and 5.1 next year। ਮਤਲਬ ਕਿ ਜਿਹੜਾ ਤੁਹਾਡਾ ਕੰਜ਼ਿਊਮਰ ਪ੍ਰਾਈਸ ਇੰਡੈਕਸ, ਜਿਹਨੂੰ ਅਸੀਂ CPI ਕਹਿੰਦੇ ਹਾਂ, CPI ਆਲ ਇੰਡੀਆ ਜਾਂ ਫਿਰ CPI ਕੰਬਾਈਨਡ, ਜਿਹਨੂੰ ਕਿ ਕੌਣ ਪਬਲਿਸ਼ ਕਰਦਾ ਹੈ? ਨੈਸ਼ਨਲ ਸਟੈਟਿਸਟਿਕਸ ਆਫਿਸ, NSO, ਜਿਹਨੂੰ ਪਬਲਿਸ਼ ਕਰਦਾ ਹੈ ਅੰਡਰ ਦੀ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ। ਇਹ ਕੀ ਕਹਿ ਰਿਹਾ ਹੈ? IMF ਕੀ ਕਹਿ ਰਿਹਾ ਇੱਥੇ ਕਿ ਇਨਫਲੇਸ਼ਨ ਜਿਹੜੀ ਹੈ, ਜਿਹਨੂੰ ਕੰਟਰੋਲ ਕਰਨ ਲਈ RBI, ਸਰਕਾਰ, ਸਾਰੇ ਲੱਗੇ ਹੋਏ ਨੇ, ਸਾਰੇ ਕੰਮ ਕਰ ਰਹੇ ਨੇ, ਸਾਰੇ ਪਾਲਿਸੀਜ਼ ਨੂੰ ਕਹਿ ਲਓ ਮੋਡੀਫਾਈ ਕਰ ਰਹੇ ਨੇ, ਤੇ ਉਸ ਕਰਕੇ ਇਨਫਲੇਸ਼ਨ ਕੰਟਰੋਲ ਹੋਏਗੀ, ਬਟ ਹਲੇ ਜਿਹੜਾ ਹੈ ਸ਼ਾਰਟ ਟਰਮ ਵਿੱਚ ਉਨੀ ਛੇਤੀ ਕੰਟਰੋਲ ਵਿੱਚ ਨਹੀਂ ਆਏਗੀ ਇਨਫਲੇਸ਼ਨ, ਰਾਈਟ? ਦੈਟ ਇਜ਼ ਦੀ ਅਨਦਰ ਪ੍ਰੋਜੈਕਸ਼ਨ। Then it expects inflation in India to return to the inflation tolerance band in the fiscal 2023-24। Fiscal tolerance band ਦਾ ਕੀ ਮਤਲਬ ਹੈ, ਜਾਂ ਫਿਰ tolerance band ਦਾ ਕੀ ਮਤਲਬ ਹੈ? RBI ਜਿਹੜਾ ਸਾਡਾ ਹੈ, ਜਿਹੜਾ ਸੈਂਟਰਲ ਬੈਂਕ ਹੈ ਇੰਡੀਆ ਦਾ, ਇਹਦੀ ਮੋਨਿਟਰੀ ਪਾਲਿਸੀ ਕਮੇਟੀ ਜਿਹੜੀ ਹੈ, its responsibility to frame the monetary policy। ਤੇ ਸਾਨੂੰ ਪਤਾ ਹੈ ਕਿ RBI ਦੀ ਮੋਨਿਟਰੀ ਪਾਲਿਸੀ ਕਮੇਟੀ ਨੇ ਕੀ ਟਾਰਗੇਟ ਸੈੱਟ ਕੀਤਾ ਹੋਇਆ? 4 + 2%। ਕਹਿਣ ਦਾ ਮਤਲਬ 2% ਤੋਂ ਲੈ ਕੇ 6% ਤੱਕ, that is the inflation target। ਕਿ CPI ਇਨਫਲੇਸ਼ਨ ਤੁਹਾਡੀ 2% ਮਿਨੀਮਮ, ਮੈਕਸਿਮਮ 6%। ਇਹਦੇ ਵਿੱਚ ਜੇ ਰਹੇਗੀ then it will be a moderate inflation, ਕਿ ਬਈ ਇਹ ਗਰੋਥ ਨੂੰ ਪ੍ਰਮੋਟ ਵੀ ਕਰੇਗੀ,
बट ये लोगों ਲਈ ਇੰਨਾ ਮੁਸ਼ਕਿਲ ਵੀ ਨਹੀਂ ਕਰ ਦੇਗੀ ਜੀਣਾ ਕਿ ਬਈ ਪ੍ਰਾਈਸਿਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ, ਲੋਕਾਂ ਨੂੰ ਰੋਜ਼ਮਰਰੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਖਰੀਦਣਾ ਵੀ ਔਖਾ ਹੋ ਰਿਹਾ, ਰਾਈਟ। ਸੋ दैट इज द थिंग हेयर। देन इट हैज ट्रिम्ड इट्स FY फाइनेंशियल ईयर 2023 ग्रोथ प्रोजेक्शन बाय 60 बेसिस पॉइंट्स। ये ठीक ठाक एक वड्डी ਜਿਹੜੀ कह लो डाउनवर्ड रिविजन है, 6.8 ਤੇ ਲੈ ਆਏ ਨੇ, ਇਹ ਪਹਿਲਾਂ 7.4 ਤੋਂ डाउनवर्ड रिविजन ਪਹਿਲਾਂ ਸੀਗਾ 7.4, ਹੁਣ ਕੀਤਾ ਇਹਨਾਂ ਨੇ 6.8 ਦੀ ਪ੍ਰੋਜੈਕਸ਼ਨ ਕਿ ਇੰਡੀਅਨ ਇਕਨੋਮੀ ਜਿਹੜੀ ਹੈ ਗਰੋ ਕਰੇਗੀ ਫਾਈਨੈਂਸ਼ੀਅਲ ईयर 23 ਵਿੱਚ, ਰਾਈਟ। ਸੋ दैट मीन्स ਕਿ ਇੰਡੀਆ ਜਿਹੜਾ ਹੈ ਉਹ ਫਿਰ ਵੀ ਰਿਲੇਟਿਵਲੀ ਠੀਕ ਪਰਫਾਰਮ ਕਰੇਗਾ, ਬਟ ਬਾਕੀ ਇਕਨੋਮੀਜ਼ ਦੇ ਨਾਲ ਇਹ ਵੀ ਸਫਰ ਜ਼ਰੂਰ ਕਰੇਗਾ। ਰਸ਼ੀਆ ਯੂਕਰੇਨ ਕਨਫਲਿਕਟ, ਉਹਦੇ ਨਾਲ ਜਿਹੜੇ ਹੋਰ ਵੀ ਇਸ਼ੂ ਚੱਲ ਰਹੇ ਨੇ, ਐਂਡ ਇਨਫਲੇਸ਼ਨ ਜਿਹੜਾ ਹੈ ਉਹਦੇ ਕਰਕੇ ਵੀ, ਰਾਈਟ। ਕਿਉਂ? ਕਿਉਂਕਿ ਇਸ ਵੇਲੇ ਆਰਬੀਆਈ ਕੀ ਕਰ ਰਿਹਾ? ਆਰਬੀਆਈ ਇਜ਼ ਫੋਲੋਇੰਗ ਅ ਕੰਟਰੈਕਸ਼ਨਰੀ ਮੋਨਿਟਰੀ ਪॉलिसी। कहने का मतलब है कि ਅਸੀਂ ਹਲੇ ਟਾਈਟ ਮੋਨਿਟਰੀ ਪਾਲਿਸੀ ਜਿਹੜਾ ਹੈ ਉਹਨੂੰ ਫੋਲੋ ਕਰ ਰਹੇ ਹਾਂ। ਆਰਬੀਆਈ ਰੀਸੈਂਟਲੀ ਤੁਸੀਂ ਦੇਖਿਆ ਹੋਵੇਗਾ ਨਿਊਜ਼ ਵਿੱਚ ਕਿ ਆਰਬੀਆਈ ਨੇ ਜਿਹੜੇ ਰੈਪੋ ਰੇਟ ਹੈ, ਰੈਪੋ ਰੇਟ ਨੂੰ ਇਨਕਰੀਜ਼ ਕਰਤਾ ਹੈ, मतलब कि ਆਰਬੀਆਈ ਜਿਹੜਾ ਹੈ ਲਿਕੁਇਡਿਟੀ ਨੂੰ ਰਿਡਿਊਸ ਕਰ ਰਿਹਾ ਹੈ, ਲਿਕੁਇਡਿਟੀ ਨੂੰ ਸਕ ਕਰ ਰਿਹਾ ਮਾਰਕੀਟ ਤੋਂ। ਕਹਿਣ ਦਾ मतलब ਕਿ ਆਰਬੀਆਈ ਜਿਹੜਾ ਹੈ ਇਸ ਵੇਲੇ ਇਟ ਇਜ਼ ਗੋਇੰਗ ਫੁੱਲ ਥ੍ਰੋਟਲ, ਇਟ ਇਜ਼ ਟ੍ਰਾਈਂਗ everything which it can do through the monetary policy tools, and it is trying to control inflation। RBI ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਜਿਹੜਾ ਇਹ ਸਾਰਾ ਕੁਝ ਕਰ ਰਿਹਾ ਹੈ। ਤੇ ਇਸ ਤੋਂ ਇਲਾਵਾ ਤੁਸੀਂ ਹਾਲੇ ਦੇਖਿਆ ਹੋਵੇਗਾ ਇੱਕ ਹੋਰ ਚੀਜ਼ ਹੋਈ ਸੀ, ਆਰਬੀਆਈ ਨੇ ਕੀ ਕੀਤਾ? ਆਰਬੀਆਈ ਨੇ ਗਵਰਨਮੈਂਟ ਸਿਕਿਉਰਿਟੀਜ਼ ਜਿਹੜੀਆਂ ਨੇ ਇਸੇ ਪਿਛਲੇ ਮਹੀਨੇ ਸੈਪਟੈਂਬਰ ਮੰਥ ਵਿੱਚ 2022 ਚ ਗਵਰਨਮੈਂਟ ਸਿਕਿਉਰਿਟੀਜ਼ ਨੂੰ ਮਾਰਕੀਟ ਵਿੱਚ ਸੇਲ ਕੀਤਾ ਹੈ। ਕਿਉਂ ਸੇਲ ਕੀਤਾ ਹੈ ਗਵਰਨਮੈਂਟ ਸਿਕਿਉਰਿਟੀਜ਼ ਨੂੰ? ਮਾਰਕੀਟ ਚੋਂ ਲਿਕੁਇਡਿਟੀ ਜਿਹੜੀ ਹੈ ਉਹਨੂੰ ਰਿਡਿਊਸ ਕਰਨ ਲਈ। ਗਵਰਨਮੈਂਟ ਸਿਕਿਉਰਿਟੀ ਆਈ ਹੋਪ ਤੁਸੀਂ ਸੁਣਿਆ ਹੋਵੇਗਾ ਕਿ ਗਵਰਨਮੈਂਟ ਜਿਹੜੀ ਬੌਂਡਸ ਇਸ਼ੂ ਕਰਦੀ ਹੈ, ਆਰਬੀਆਈ ਜਦੋਂ ਮਾਰਕੀਟ ਗਵਰਨਮੈਂਟ ਸਿਕਿਉਰਿਟੀਜ਼ ਨੂੰ ਸੇਲ ਕਰਦਾ ਤੇ ਉਹ ਮਾਰਕੀਟ ਚੋਂ ਪੈਸਾ ਚੁੱਕ ਰਿਹਾ ਹੈ। ਕਹਿਣ ਦਾ ਮਤਲਬ ਲਿਕੁਇਡਿਟੀ ਨੂੰ ਘਟਾ ਰਿਹਾ ਮਾਰਕੀਟ ਚ, ਲਿਕੁਇਡਿਟੀ ਹੈਜ਼ ਬੀਨ ਬ੍ਰੌਟ ਡਾਊਨ। ਤੇ ਇਹ ਕਿਉਂ ਕਰ ਰਿਹਾ ਹੈ? ਇਹਨੂੰ ਅਸੀਂ ਕੀ ਕਹਿੰਦੇ ਆ? ਓਪਨ ਮਾਰਕੀਟ ਆਪਰੇਸ਼ਨ। ਤੇ ਆਰਬੀਆਈ ਓਪਨ ਮਾਰਕੀਟ ਆਪਰੇਸ਼ਨ ਕਿਉਂ ਕਰ ਰਿਹਾ ਹੈ? ताकि लिक्विडिटी ਨੂੰ ਰਿਡਿਊਸ ਕਰਕੇ ਇਨਫਲੇਸ਼ਨ ਨੂੰ ਜਿਹੜਾ ਹੈ ਕਾਬੂ ਚ ਲਿਆਇਆ ਜਾ ਸਕੇ, ਇਨਫਲੇਸ਼ਨ ਨੂੰ ਅਸੀਂ ਰਿਡਿਊਸ ਕਰ ਸਕੀਏ, right? So all these things, including a contractionary monetary policy, including the conduct of open market operations by the RBI, all that is a part of the monetary policy tools, or you can say the quantitative monetary policy tools which the RBI is trying to use so as to bring down liquidity and bring down inflation. All right, so that is what Indian economy is going through right now. ਇਹਦੇ ਇਲਾਵਾ ਹੁਣ ਦੇਖੋ ਕੁਝ ਸੁਜੈਸ਼ਨਸ ਜਿਹੜੇ ਨੇ ਅਸੀਂ ਦੇ ਸਕਦੇ ਹਾਂ ਇੱਥੇ ਕਿ ਕੀ ਸੁਜੈਸ਼ਨਸ ਹੋ ਸਕਦੇ ਨੇ ਫॉर ਹੈਵਿੰਗ ਅ ਗੁੱਡ ਇਕਨੋਮਿਕ ਗਰੋਥ ਆਲਸੋ ਐਂਡ ਫॉर ਹੈਵਿੰਗ ਕੰਟਰੋਲਡ ਇਨਫਲੇਸ਼ਨ। ਤੇ ਪਹਿਲੀ ਚੀਜ਼ ਕੀ ਹੈ ਕਿ ਮੋਨਿਟਰੀ ਪਾਲਿਸੀ ਜਿਹੜੀ ਹੈ that should stay the course to restore price stability। मतलब कि right now you are following a tight or you can say a contractionary monetary policy, ਜਿਹਨੂੰ ਅਸੀਂ tight monetary policy ਜਾਂ ਫਿਰ dear monetary policy ਵੀ ਕਹਿੰਦੇ ਆ, ਇਹ ਫੋਲੋ ਕੀਤੀ ਜਾ ਰਹੀ ਹੈ। that is absolutely right, ਇਹਨੂੰ ਕੰਟੀਨਿਊ ਕਰਨਾ ਚਾਹੀਦਾ ਹੈ। ਇਹਦੇ ਨਾਲ ਜਿਹੜੀ ਫਿਸਕਲ ਪਾਲਿਸੀ ਹੈ that should also aim to alleviate cost of living pressures। मतलब कि ਮੋਨਿਟਰੀ ਪਾਲਿਸੀ ਦੇ ਨਾਲ it should be aligned ਦਾ मतलब ਕਿ ਟੈਕਸੇਸ਼ਨ ਜਾਂ ਫਿਰ ਫਿਸਕਲ ਪਾਲਿਸੀ ਵੀ ਇਦਾਂ ਹੀ ਹੋਏ ਕਿ ਉਹ ਮੋਨਿਟਰੀ ਪਾਲਿਸੀ ਨੂੰ ਸਪੋਰਟ ਕਰੇ, ਇਹਨੂੰ ਕੰਪਲੀਮੈਂਟ ਕਰੇ, ਇਹਦੇ ਵਿਰੁੱਧ ਜਾਂ ਫਿਰ ਇਹਦੇ ਕੰਟਰੀ ਕੰਮ ਨਾ ਕਰੇ। that is what we are trying to say। then structural reforms ਦਾ मतलब ਕਿ ਬਈ ਜਿਹੜੇ ਵੀ ਸਪਲਾਈ ਸਾਈਡ ਇਸ਼ੂਜ਼ ਨੇ ਜਾਂ ਫਿਰ ਸਪਲਾਈ ਨੂੰ ਜਿਹੜੇ ਵੀ ਕੀ ਕਰਦੇ ਨੇ ਇਨਕਰੀਜ਼ ਕਰਨ ਤੋਂ ਰੋਕਦੇ ਨੇ, ਉਹ ਸਾਰੇ ਇਸ਼ੂਜ਼ ਨੂੰ ਅਸੀਂ ਕੀ ਕਰੀਏ? ਅਸੀਂ ਉਹਨਾਂ ਨੂੰ ਰਿਜ਼ੋਲਵ ਕਰੀਏ, ਸਪੋਰਟ ਕਰੀਏ ਸਟਰਕਚਰਲ ਰਿਫਾਰਮਸ ਨੂੰ ਕਰਕੇ ਕਿ ਅਸੀਂ ਇਨਫਲੇਸ਼ਨ ਨੂੰ ਰਿਡਿਊਸ ਕਰ ਪਾਈਏ, ਪ੍ਰੋਡਕਟਿਵਿਟੀ ਇੰਪਰੂਵ ਕਰੀਏ ਐਂਡ ਸਪਲਾਈ ਸਾਈਡ ਕੰਸਟ੍ਰੇਨਟਸ ਨੂੰ ਅਸੀਂ ਰਿਡਿਊਸ ਕਰੀਏ। ਤੇ ਇਸ ਲਈ ਤੁਸੀਂ ਦੇਖਿਆ ਹੋਵੇਗਾ ਸਰਕਾਰ ਨੇ ਨੈਸ਼ਨਲ ਲੌਜਿਸਟਿਕਸ ਪਾਲਿਸੀ 2022 ਵੀ ਜਿਹੜੀ ਹੈ ਲਾਂਚ ਕੀਤੀ ਸੀ। ਇਹ ਸਾਰੀਆਂ ਚੀਜ਼ਾਂ ਕੀ ਨੇ? these are part of the structural reforms that you are trying to resolve the structural issues in the economy, ਜਿੱਦਾਂ ਕਿ laws ਨੂੰ ਕੰਸੋਲੀਡੇਟ ਕਰਕੇ ਰਿਡਿਊਸ ਕਰਨਾ, ਈਜ਼ ਆਫ ਬਿਜ਼ਨਸ ਜਿਹੜਾ ਹੈ, ਈਜ਼ ਆਫ ਡੂਇੰਗ ਬਿਜ਼ਨਸ ਉਹਨੂੰ ਇਨਕਰੀਜ਼ ਕਰਨਾ, ਕਲੀਅਰੈਂਸਸ ਜਿਹੜਾ ਹੈ ਉਹ ਸੌਖਾ ਕਰਨਾ ਕਿ ਬਈ ਕੋਈ ਬਿਜ਼ਨਸਮੈਨ ਜਿਹੜਾ ਹੈ, ਇੰਡਸਟਰੀਅਲਿਸਟ ਜਿਹੜਾ ਹੈ, ਉਹਦੇ ਲਈ ਈਜ਼ੀ ਹੋਵੇ, ਪਲਾਂਟ ਸੈਟਅਪ ਕਰੇ, ਫੈਕਟਰੀ ਸੈਟਅਪ ਕਰੇ, ਇਨਵੈਸਟਮੈਂਟ ਕਰੇ, ਪ੍ਰੋਡਕਸ਼ਨ ਨੂੰ ਇਨਕਰੀਜ਼ ਕਰੇ, ਰਾਈਟ? ਆਲ ਦੋਜ਼ ਥਿੰਗਸ। ਸੋ that is structural reforms। and lastly multilateral cooperation ਜਿਹੜਾ ਹੈ ਬਈ ਉਹ ਦੁਨੀਆ ਵਿੱਚ ਨੈਸੈਸਰੀ ਹੈ ਤੇ ਤਾਂ ਕਿ ਅਸੀਂ ਫਾਸਟ ਟਰੈਕ ਕਰੀਏ ਗ੍ਰੀਨ એનર્ਜੀ ਟ੍ਰਾਂਜੀਸ਼ਨ ਨੂੰ, ਕਿ ਅਸੀਂ ਫੋਸਿਲ ਫਿਊਲ ਜਿਹੜਾ ਹੈ ਉਸ ਤੋਂ ਟ੍ਰਾਂਜੀਸ਼ਨ ਕਰਕੇ ਕਿਹਦੇ ਤੇ ਆਈਏ? ਗ੍ਰੀਨ ਐਂਡ ਕਲੀਨ એનર્ਜੀ ਤੇ। ਕਿਉਂ? ਕਿਉਂਕਿ
This is also linked to your development, holistic development, sustainable development, and even the UN sustainable development goals. ਤੇ ਇਹ ਕੁਝ ਸਜੈਸ਼ਨਸ ਨੇ which can ਰੀਨ ਇਨ ਇਨਫਲੇਸ਼ਨ, ਜਿਹੜਾ ਮਹਿੰਗਾਈ ਤੋਂ ਰਾਹਤ ਦਿਲਾ ਸਕਦਾ ਹੈ ਤੇ ਨਾਲ ਨਾਲ ਗਰੋਥ ਵੀ ਇਨਸ਼ੋਰ ਕਰ ਸਕਦਾ ਹੈ ਕਿ ਗਰੋਥ ਵੀ ਸਬਡਿਊਡ ਨਾ ਰਹੇ, ਗਰੋਥ ਜਿਹੜੀ ਉਹ ਬਹੁਤ ਜ਼ਿਆਦਾ ਕੰਪਰੋਮਾਈਜ਼ ਨਾ ਹੋ ਜਾਵੇ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਬੜਾ ਇੰਪੋਰਟੈਂਟ ਇਸ਼ੂ ਹੈ, ਯਾਦ ਰੱਖਿਓ, ਰਿਵਾਈਜ਼ ਕਰ ਲਿਓ ਪ੍ਰੀਲਿਮਸ ਦੇ ਪਰਸਪੈਕਟਿਵ ਤੋਂ ਵੀ ਤੇ ਮੇਨਸ ਦੇ ਪਰਸਪੈਕਟਿਵ ਤੋਂ ਵੀ, ਰਾਈਟ। ਦੈਟ ਇਜ਼ some of the data you need to remember। क्यों? क्योंकि तुसी आंसर राइटिंग जो करते हो, you need to have some authentic recent data released by the multilateral organizations like World Bank, like IMF, and this is one such very important report, that is the World Economic Outlook 2022। चलो आज दे सैशन ਲਈ ਇੰਨਾ ਹੀ, ਮਿਲਾਂਗੇ ਅਗਲੇ ਇਦਾਂ ਦੇ ਇਨਫੋਰਮੇਟਿਵ ਸੈਸ਼ਨ ਵਿੱਚ। ਜਾਂਦੇ ਆਂਦੇ ਇੱਕ ਵਾਰੀ ਯਾਰ ਲਾਈਕ ਬਟਨ ਦਬ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਵੀ ਕਰ ਲਓ, ਠੀਕ ਹੈ। ਥੈਂਕ ਯੂ ਸੋ ਮਚ, ਮਿਲਦੇ ਹਾਂ ਅਗਲੀ ਵਾਰੀ। ਜੈ ਹਿੰਦ, ਸਤਿ ਸ਼੍ਰੀ ਅਕਾਲ, ਟੇਕ ਕੇਅਰ, ਬਾਏ ਬਾਏ।